ਮਹਾਦੇਵ ਕੋ ਤਬ ਹੈ ਅਹਕਾਰਾ। ਗੁਰੂ ਰਾਮਦਾਸ ਜੀ ਨੇ ਜਦੋਂ ਵੇਖਿਆ ਵੀ ਉਹਨੂੰ ਚੋਲਾ ਆ ਗਿਆ ਤੇ ਮਹਾਰਾਜ ਜਾਣਦੇ ਚਿੱਠੀਆਂ ਇਹਦੇ 'ਚ ਹੀ ਹੈ। ਸੱਚੇ ਪਾਤਸ਼ਾਹ ਜੀ ਆਪਣੇ ਵਿਚਕਾਰਲੇ ਸਾਹਿਬਜ਼ਾਦੇ ਨੂੰ ਵੀ ਬੁਲਾ ਲਿਆ। ਕਹਿੰਦੇ ਪਈ ਜਾਓ ਬਾਬਾ ਮਹਾਦੇਵ ਜੀ ਨੂੰ ਬੁਲਾ ਕੇ ਲਿਆਓ। ਸਾਡੇ ਸਾਹਿਬਜ਼ਾਦੇ ਮਹਾਦੇਵ ਨੂੰ ਵੀ ਇੱਥੇ ਸੰਗਤ ਸਭਾ ਵਿੱਚ ਸੱਦ ਲਵੋ। ਅਪਰ ਦੀਵਾਨ ਲਗਾਏ ਬਸਾਰਾ। ਤੇ ਮਹਾਰਾਜ ਨੇ ਫਿਰ ਦੀਵਾਨ ਲਵਾਇਆ ਵੀ ਜਿੰਨੀ ਸੰਗਤ ਇੱਥੇ ਛਕ ਰਹੀ ਹੈ ਪ੍ਰਸ਼ਾਦਾ ਜਾਂ ਘੂਸਰਾਵਾਂ ਵਿੱਚ ਠਹਿਰੀ ਹੋਈ ਹੈ, ਲਾਗੇ ਲਾਗੇ ਦੀ ਜਿੰਨੀ ਸੰਗਤ ਹੈ ਸਾਰਿਆਂ ਨੂੰ ਆਵਾਜ਼ ਦਿਓ ਵੀ ਉੱਥੇ ਸਭਾ ਵਿੱਚ ਸੰਗਤ ਪੰਡਾਲ ਵਿੱਚ ਛੇਤੀ ਪਹੁੰਚਣ। ਸਭ ਸੰਗਤਾਂ ਸੱਦ ਲਈਆਂ ਹਨ। ਸਿਆਣੇ ਸਿੱਖ ਅਨੇਕ ਸੁਹਾਏ। ਅਨੇਕਾਂ ਤਰ੍ਹਾਂ ਦੇ ਬਾਬਾ ਬੁੱਢਾ ਸਾਹਿਬ ਜੀ, ਭਾਈ ਗੁਰਦਾਸ ਜੀ, ਹੋਰ ਬੇਅੰਤ ਸਿਆਣੇ ਜਿਹੜੇ ਮੋਹਰੀ ਸਿੱਖ ਵੀ ਆ ਗਏ ਹਨ। ਸਮ ਚਿਤ ਜਿਨ੍ਹਾਂ ਵਿਕਾਰ ਬਿਹਾਏ। ਜਿਨ੍ਹਾਂ ਦੇ ਚਿੱਤ ਸਮ ਅਵਸਥਾ ਵਾਲੇ ਆ ਤੇ ਵਿਕਾਰ ਜਿਨ੍ਹਾਂ ਨੇ ਛੱਡੇ ਹੋਏ ਸਿੱਖਾਂ ਨੇ। ਕੋ ਸਤਿਗੁਰ ਕੇ ਮੁਖ ਕੋ ਦੇਖਤ। ਕੋਈ ਸਿੱਖ ਜਿਹੜਾ ਵਾ ਉਹ ਮਹਾਰਾਜ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਮੁਖ ਨੂੰ ਵੇਖ ਰਿਹਾ ਹੈ। ਕੋ ਪ੍ਰਥੀਏ ਕੀ ਕ੍ਰਾਂਤ ਪਰੇਖਤ। ਤੇ ਕਈ ਉਹ ਪਰਖ ਰਹੇ ਆ ਵੀ ਕਿਉਂਕਿ ਜਿਹੜੇ ਤਾਂ ਜਾਣਦੇ ਸਿੱਖੋ, ਕਈ ਨਵੇਂ ਆਏ ਜਿਹੜੇ ਜਿਨ੍ਹਾਂ ਨੂੰ ਮਹਾਰਾਜ ਨੇ ਹੁਣ ਬੁਲਾਇਆ, ਉਹ ਆਏ ਆ। ਕੋਈ ਗੁਰੂ ਰਾਮਦਾਸ ਮਹਾਰਾਜ ਦੇ ਪਹਿਲਾਂ ਦਰਸ਼ਨ ਕਰਦੇ, ਫਿਰ ਪ੍ਰਿਥੀ ਚੰਦ ਦਾ ਜਦੋਂ ਵੇਖਦੇ ਆ ਮੂੰਹ ਵੀ ਇਹ ਕਿਵੇਂ ਲਾਲ ਪੀਲਾ ਜਿਹਾ ਹੋਇਆ ਬੈਠਾ ਅੱਜ। ਇਸ ਤਰ੍ਹਾਂ ਸਿੱਖ ਜਿਹੜੇ ਉਹ ਮਨ ਵਿੱਚ ਪਰਖ ਜੀ ਕਰ ਰਹੇ ਆ ਵੀ ਕੋਈ ਗੱਲ ਤਾਂ ਜ਼ਰੂਰ ਹੈ। ਪੁਨ ਗੁਰ ਸਭਨ ਸੁਨਾਏ ਉਚਾਰੋ। ਸੰਗਤ ਜਦੋਂ ਆ ਕੇ ਬੈਠ ਗਈ, ਧੰਨ ਗੁਰੂ ਰਾਮਦਾਸ ਸਤਿਗੁਰਾਂ ਨੇ ਸਭ ਸੰਗਤ ਨੂੰ ਉੱਚੀ ਸੁਣਾ ਕੇ ਆਖਿਆ, ਅਜਹਾ ਸਮਝ ਤੂੰ ਕਹਿਓ ਹਮਾਰੋ। ਮਹਾਰਾਜ ਕਹਿੰਦੇ ਪ੍ਰਿਥੀ ਚੰਦ ਅਜੇ ਵੀ ਸਮਝ ਜਾ, ਸਾਡਾ ਕਹਿਆ ਨਾ ਜਿਹੜਾ ਬਚਨ ਅਜੇ ਵੀ ਸਮਾਂ ਹੈ ਭਾਈ, ਮੰਨ ਜਾਣਾ ਕਰ। ਦੇਹੋ ਪੱਤਰਿਕਾ ਜਹਾਂ ਦੁਰਾਈ। ਮਹਾਰਾਜ ਦੇ ਚਿੱਠੀਆਂ ਕੋਲ ਹੀ ਪਈਆਂ, ਪਰ ਮਹਾਰਾਜ ਅਜੇ ਵੀ ਕਹਿੰਦੇ ਆ ਵੀ ਸ਼ਾਇਦ ਇਹਨੂੰ ਕੋਈ ਅਕਲ ਮੱਤ ਆ ਜਾਵੇ ਵੀ ਸੰਗਤ ਵਿੱਚ ਝੂਠ ਨਹੀਂ ਬੋਲੀਦਾ। ਤੋ ਇਸ ਤਰ੍ਹਾਂ ਮਹਾਰਾਜ ਕਹਿੰਦੇ ਆ ਕਿ ਦੱਸ ਪ੍ਰਿਥੀ ਚੰਦ ਕਿੱਥੇ ਆ ਚਿੱਠੀਆਂ, ਜਿੱਥੇ ਲੁਕਾਈਆਂ ਸਾਨੂੰ ਦੇ ਦੇਣਾ ਕਰ। ਤੇਰੋ ਕਾਜ ਨ ਬਿਗੜੈ ਰਾਈ। ਵੀ ਤੇਰਾ ਕੋਈ ਕੰਮ ਵਿਗੜ ਨਹੀਂ ਜਾਣਾ, ਜੇ ਤੂੰ ਚਿੱਠੀਆਂ ਸਾਨੂੰ ਦੇ ਦੇਵੇਂਗਾ ਤੇ ਤੇਰਾ ਕੋਈ ਕੰਮ ਨਹੀਂ ਵਿਗੜ ਚੱਲਿਆ ਹੈ। ਜੇ ਨਾ ਦੇਹੇ ਸੁਧਰੇ ਕੁਛ ਨਾਹੀ। ਤੇ ਜੇ ਤੂੰ ਸਾਨੂੰ ਚਿੱਠੀਆਂ ਨਾ ਵੀ ਦੇਂਗਾ ਤੇ ਤੇਰਾ ਕੀ ਬਣ ਜਾਵੇਗਾ, ਕੀ ਤੇਰਾ ਸੌਰ ਜਾਵੇਗਾ। ਐਵੇਂ ਝੂਠ ਬੋਲ ਰਿਹਾ, ਝੂਠ ਦਾ ਆਸਰਾ ਧੋਖਾ ਕਰਦਾ। ਚਿੱਠੀਆਂ ਦੇ ਦੇ, ਚਿੱਠੀਆਂ ਦਿਆਂ ਤੇਰਾ ਵਿਗੜਨਾ ਕੁਝ ਨਹੀਂ ਤੇ ਰੱਖਿਆ ਕੁਝ ਸਵਰਨਾ ਨਹੀਂ ਹੈ। ਨਾਹਕ ਪਰਿਓ ਮਹਾ ਹਠ ਮਾਹੀ। ਤੇ ਕਿਉਂ ਐਵੇਂ ਜਿਹੜਾ ਵੈ ਹੱਠ ਕਰ ਰਹੇ ਆ, ਬਹੁਤ ਹੱਠ ਦੇ ਸਹਿਤ ਤੂੰ ਹੋਇਆ ਬੈਠਾ ਹੈ। ਅਲਪ ਵਸਤ ਤੇ ਮਹਿਦ ਬਿਗਾਰੇ। ਵੀ ਛੋਟੀਆਂ ਦੀਆਂ ਚਿੱਠੀਆਂ ਕਰਕੇ ਆ ਵੇਖ ਕਿੱਡਾ ਵੱਡਾ ਝਗੜਾ ਪਾਇਆ ਹੋਇਆ ਤੂੰ। ਦੋ ਚਿੱਠੀਆਂ ਉਹ ਦੇ ਦੇ, ਗੱਲ ਖਤਮ ਹੈ, ਪਰ ਤੂੰ ਆਪਦੀ ਅੜੀ ਕਰਕੇ ਆ ਵੇਖ ਤੇਰੇ ਛੋਟੀ ਜੀ ਅੜੀ ਕਰਕੇ ਜਾਂ ਛੋਟੀਆਂ ਜੀਆਂ ਚਿੱਠੀਆਂ ਕਰਕੇ ਕਿੱਡਾ ਵੱਡਾ ਰੌਲਾ ਪਿਆ ਹੋਇਆ ਹੈ। ਕਿਉਂ ਤੂੰ ਕਰਤੋ ਬਿਨਾ ਵਿਚਾਰੇ। ਕਿਉਂ ਝਗੜਾ ਕਰਦਾ ਹੈ ਬਿਨਾਂ ਵਿਚਾਰ ਤੋਂ, ਜਾਂ ਵਿਚਾਰ ਤੋਂ ਹੀਣੇ ਪ੍ਰਿਥੀ ਚੰਦ ਪੁੱਤਰ ਕੋ ਮੱਤ ਨੂੰ ਹੱਥ ਮਾਰ। ਕਿਉਂ ਐਵੇਂ ਬਿਨਾਂ ਗੱਲੋਂ ਝਗੜਾ ਕਰ ਰਿਹਾ ਹੈ। ਸਗਰੀ ਸਭਾ ਸੁਨਤ ਤਿਸ ਥਾਨ। ਸਾਰੀ ਸਭਾ ਭਾਵ ਸੰਗਤ ਜਿਹੜੀ ਆ ਉਹ ਸੁਣ ਰਹੀ ਸੀ ਮਹਾਰਾਜ ਤੇ ਪ੍ਰਿਥੀ ਚੰਦ ਦੀ ਗੱਲਬਾਤ। ਕਹੇ ਨਾ ਸਮਝਿਓ ਮਹਿਦ ਅਜਾਨ। ਤੇ ਬਹੁਤਾ ਹੀ ਮੂੜ ਮੱਤੀ ਆ ਪ੍ਰਿਥੀ ਚੰਦ, ਹੰਕਾਰੀ ਹੈ। ਬੜੀ ਵਾਰੀ ਮਹਾਰਾਜ ਨੇ ਸਮਝਾਇਆ ਪਰ ਇਹ ਨਾ ਮੰਨਿਆ। ਇਹਨੇ ਮਹਾਰਾਜ ਦੀ ਇੱਕ ਨਾ ਸੁਣੀ, ਨਹੀਂ ਸਮਝਿਆ ਹੈ। ਕਹਿਤ ਭਇਓ ਵਿਪਰੈ ਹੀ ਫੇਰੇ। ਤੇ ਉਹ ਮਹਾਰਾਜ ਨੂੰ ਉਹੀ ਗੱਲ ਕਹਿੰਦਾ ਵੀ ਮੇਰੇ ਪਾਸ ਚਿੱਠੀ ਹੈ ਹੀ ਨਹੀਂ, ਮੈਂ ਵੇਖੀ ਨਹੀਂ। ਵਾਰ-ਵਾਰ ਮਹਾਰਾਜ ਤੋਂ ਫੇਰ ਵੀ ਉਲਟਾ ਹੀ ਬੋਲਦਾ ਹੈ। ਪੱਤਰੀ ਤੇ ਕਿਆ ਬਨਵ ਬਡੇਰੇ। ਇਹਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਕੀ ਵੱਡੇ ਬਣ ਜਾਓਗੇ ਚਿੱਠੀਆਂ ਲੈ ਕੇ, ਇਸ ਤਰ੍ਹਾਂ ਬੋਲਦਾ ਹੈ। ਕਹਿ ਟਿਕ ਰਾਖ ਰਾਜ ਕਿਹ ਲੈ ਬਾ। ਜਾਂ ਕਹਿੰਦਾ ਮਹਾਰਾਜ ਮੈਂ ਚਿੱਠੀਆਂ ਰੱਖ ਕੇ ਕੋਈ ਵੱਡਾ ਤਾਂ ਬਣ ਨਹੀਂ ਜਾਣਾ ਜਿਹੜੀਆਂ ਲੁਕੋ ਕੇ ਰੱਖਾਂਗਾ, ਕਿ ਉਹ ਚਿੱਠੀ ਦੇ ਵਿੱਚ ਕੋਈ ਰਾਜ ਭਾਗ ਦੀ ਵਸੀਅਤ ਹੋਈ ਹੈ ਵੀ ਜਿਹੜੀਆਂ ਮੈਂ ਲੁਕੋ ਕੇ ਤੇ ਕਿਸੇ ਥਾਂ ਦਾ ਰਾਜਾ ਬਣ ਜਾਵਾਂਗਾ। ਦੁਲੱਭ ਵਸਤ ਕਿਆ ਤਿਸ ਤੇ ਸੇਵਾ। ਕਿ ਉਹ ਚਿੱਠੀਆਂ ਦਾ ਸੇਵਨ ਕਰਨ ਨਾਲ, ਸੇਵਾ ਕਰਨ ਦੇ ਨਾਲ, ਰੱਖਣ ਦੇ ਨਾਲ ਕੋਈ ਵੱਡੀ ਦੁਰਲੱਭ ਵਸਤੂ ਮਿਲ ਜਾਵੇਗੀ। ਸੁਣ ਸ੍ਰੀ ਰਾਮਦਾਸ ਬਚ ਕਹੈ। ਸੁਣ ਕੇ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਫਿਰ ਬੋਲੇ ਐ, ਵੱਡਿਆਈ ਤੋ ਭਾਗ ਨਾ ਹੈ। ਕਹਿੰਦੇ ਪ੍ਰਿਥੀ ਚੰਦ ਗੱਲ ਚਿੱਠੀ ਦੀ ਨਹੀਂ ਹੈ। ਹੁਣ ਅਸੀਂ ਗੱਲ ਇਹ ਹੈ ਵੀ ਅਸੀਂ ਇਹ ਜਾਣਿਆ ਵੀ ਜਿਹੜੀ ਵਡਿਆਈ ਨਾ ਉਹ ਪੁੱਤਰ ਤੇਰੇ ਭਾਗਾਂ 'ਚ ਨਹੀਂ ਹੈ, ਤੇਰੇ ਕਰਮਾਂ ਵਿੱਚ ਵਡਿਆਈ ਨਹੀਂ ਲਿਖੀ ਹੋਈ ਹੈ। ਕਹਾਂ ਨਿਲਾਇਕ ਰਾਜ ਕਮਾਵਹਿ। ਤੂੰ ਨਲਾਇਕ ਹੈ,
ਨਿਕੰਮਾ ਹੈ, ਕਿੱਥੇ ਗੁਰੂ ਨਾਨਕ ਪਾਤਸ਼ਾਹ ਦੇ ਘਰ ਦਾ ਰਾਜਯੋਗ ਕਮਾਏਗਾ, ਤੇਥੋਂ ਨਹੀਂ ਕਮਾ ਹੋਣਾ। ਦੁਲਭ ਵਸਤ ਬਿਨ ਭਾਗ ਨ ਤੇ ਪਾਵਹਿ। ਰਹੀ ਗੱਲ ਦੁਰਲੱਭ ਵਸਤੂ ਦੀ, ਦੁਰਲੱਭ ਵਸਤੂ ਤਾਂ ਗੁਰੂ ਨਾਨਕ ਪਾਤਸ਼ਾਹ ਦੀ ਸਿੱਖੀ ਹੈ, ਉਹ ਭਾਗਾਂ ਤੋਂ ਬਿਨਾਂ ਪ੍ਰਾਪਤ ਨਹੀਂ ਹੁੰਦੀ ਹੈ। ਬੁੱਢੋ ਆਦਿਕ ਸਿੱਖ ਸਭ ਹੀਰਾ। ਧੰਨ ਬਾਬਾ ਬੁੱਢਾ ਸਾਹਿਬ ਜੀ ਤੋਂ ਆਦਿਕ ਸਿਆਣੇ ਸਿੱਖ ਸਭ ਵੇਖ ਰਹੇ ਹਨ। ਤਬ ਸੋ ਜਾਮਾ ਤਰਿਓ ਅਗੇਰਾ। ਤੇ ਧੰਨ ਗੁਰੂ ਰਾਮਦਾਸ ਮਹਾਰਾਜ ਨੇ ਉਹ ਪਾਸਿਓਂ ਕੱਢ ਕੇ ਨਾ ਜਾਮਾ ਚੋਲਾ ਤੇ ਅੱਗੇ ਰੱਖ ਲਿਆ ਹੈ। ਕਹਿਓ ਗੁਰੂ ਜਾਮਾ ਪਿਖਲੇ ਹੋ। ਤੇ ਗੁਰੂ ਰਾਮਦਾਸ ਮਹਾਰਾਜ ਪਿਰਥੀ ਚੰਦ ਨੂੰ ਐ ਅੱਗਾ ਕਰਕੇ ਨਾ ਉਹ ਜਿਹੜਾ ਚੋਲਾ ਪਿਰਥੀ ਚੰਦ ਦਾ, ਕਹਿੰਦੇ ਪਿਰਥੀ ਚੰਦ ਆ ਚੋਲਾ ਵੇਣੋ ਏ। ਮਹਾਰਾਜ ਨੇ ਇਸ ਤਰ੍ਹਾਂ ਵਿਖਾਇਆ ਹੈ ਕਿ ਨਹੀਂ ਤਬ ਗਰ ਕੋ ਇਹੂ। ਇਹ ਤੇਰੇ ਹੀ ਗਲ ਦਾ ਭੋਲਾ ਵੇਖ ਪਿਰਥੀ ਚੰਦ, ਆ ਚੋਲਾ ਕਿਹਦਾ ਹੈ। ਦੇਖਿਓ ਧਰਿਓ ਕਿਹੋ ਇਹੋ ਮੇਰਾ। ਵੀ ਇਹ ਵੇਖ ਕਿੱਥੇ ਰੱਖਿਆ ਸੀ ਤੇ ਚੋਲਾ ਤੇਰਾ ਹੀ ਹੈ। ਤੇ ਜਦੋਂ ਪਿਰਥੀ ਚੰਦ ਨੇ ਵੇਖਿਆ ਤੇ ਆਖਿਆ, ਹਾਂ ਮਹਾਰਾਜ ਇਹ ਤਾਂ ਮੇਰੇ ਗਲ ਵਾਲਾ ਜਾਮਾ ਹੈ, ਚੋਲਾ ਹੈ। ਘਰ ਤੇ ਕਿਨ ਆਨਿਓ ਇਸ ਬੇਰਾ। ਤੇ ਬੜਾ ਔਖਾ ਹੋਇਆ, ਕਹਿੰਦਾ ਕੌਣ ਮੇਰੇ ਘਰੇ ਗਿਆ ਇਹ ਚੋਲਾ ਲੈਣ ਵਾਸਤੇ, ਕਿੰਨੇ ਚੋਲਾ ਇਸ ਸੰਗਤ ਵਿੱਚ ਲੈ ਆਂਦਾ ਹੈ। ਗੁਰੂ ਕਹਿਓ ਇਸ ਜੇਬ ਮਝਾਰੀ। ਗੁਰੂ ਰਾਮਦਾਸ ਮਹਾਰਾਜ ਕਹਿੰਦੇ ਪਿਰਥੀ ਚੰਦ ਉਹ ਛੱਡ, ਲੈ ਜਿਹੜੀ ਇਹ ਚੋਲੇ ਦੀ ਖੀਸਾ ਹੈ, ਇਹਦੀ ਜੇਬ ਜੋ ਹੈ, ਨਿਜ ਕਰ ਸੋ ਅਬ ਲੇਹੋ ਨਿਕਾਰੀ। ਤੇ ਆਪਦੇ ਤੂੰ ਕਹਿੰਦਾ ਨਾ ਚਿੱਠੀਆਂ ਹੈ ਨਹੀਂ ਮੇਰੇ ਪਾਸ, ਆਪਦੇ ਹੱਥ ਦੇ ਨਾਲ ਹੀ ਇਹਦੇ ਵਿੱਚ ਇੱਕ ਜਿਹੜਾ ਵਾ ਜਾਮਾ, ਜਾਮੇ ਦੇ ਵਿੱਚ ਹੱਥ ਪਾ, ਇਹਦਾ ਖੀਸਾ ਫੋਲਣਾ ਕਰ। ਕਹਿਣ ਲੱਗੇ ਉਹ ਮੈਂ ਤੋ ਨਹਿ ਪਾਈ। ਤੇ ਫਿਰ ਝੂਠ ਫੇਰ ਬੋਲਦਾ, ਕਹਿੰਦਾ ਗੁਰੂ ਪਿਤਾ ਮਹਾਰਾਜ ਮਹਾਰਾਜ ਮੈਂ ਇਹਦੇ ਵਿੱਚ ਕੁਝ ਪਾਇਆ ਹੀ ਨਹੀਂ, ਨਿਕਲੂ ਕਿੱਥੋਂ, ਮੈਂ ਇਹਦੇ ਵਿੱਚ ਕੁਝ ਨਹੀਂ ਪਾਇਆ ਹੈ। ਇਸ ਮਹਿ ਪਾਤੀ ਕਹਤੇ ਆਈ। ਤੇ ਜਦੋਂ ਪਾਈ ਨਹੀਂ ਇਹਦੇ ਵਿੱਚ ਚਿੱਠੀ, ਮੈਂ ਵੇਖੀ ਹੋਈ ਨਹੀਂ, ਜਦੋਂ ਤੁਹਾਡੇ ਚਰਨਾਂ ਦੀ ਸੁਗੰਧ ਲੈਣਾ ਵੀ ਮਹਾਰਾਜ ਮੈਂ ਚਿੱਠੀ ਰੱਖਣੀ ਦੂਰ ਦੀ ਗੱਲ, ਵੇਖੀ ਤੱਕ ਨਹੀਂ। ਫਿਰ ਇਸ ਜਾਮੇ ਵਿੱਚ ਮੈਂ ਕਿੱਥੋਂ ਪਾਈ, ਜਦੋਂ ਪਾਈ ਹੋਈ ਨਹੀਂ ਤੇ ਫਿਰ ਨਿਕਲਣੀ ਕਿੱਥੇ ਹੈ। ਸ਼੍ਰੀ ਮੁਖ ਭਣਿਓ ਨਾ ਫੇਰ ਕਰੀਜੈ। ਸਤਿਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਸ਼੍ਰੀ ਕੰਠ ਤੋਂ ਫਿਰ ਬੋਲੇ ਆ। ਮਹਾਰਾਜ ਕਹਿੰਦੇ ਆ ਪਿਰਥੀ ਚੰਦ ਨਾ ਹੁਣ ਜਿਹੜਾ ਨਾ ਉਹ ਫੇਰ ਨਾ ਪਾ, ਧਰੋ ਨਾ ਕਰ, ਛਲ ਕਰਨਾ ਛੱਡ ਦੇਣਾ ਕਰ। ਨਿਜ ਕਰ ਤੇ ਕਾਗਦ ਨਿਕਸੀਜੈ। ਲੈ ਆਪਦੇ ਹੱਥ ਪਾਲਾ, ਜੇ ਨਹੀਂ ਕੁਝ ਹੈ ਤੇ ਹੱਥ ਖਾਲੀ ਨਿਕਲ ਆਵੇਗਾ, ਕਿਹੜੀ ਗੱਲ ਹੈ। ਆਪਣਾ ਹੱਥ ਤਾਂ ਇੱਕ ਵਾਰੀ ਖੀਸੇ ਵਿੱਚ ਪਾਉਣਾ ਕਰ। ਜਪਿਓ ਲਾਜ ਤੇ ਸਭਾ ਮਝਾਰਾ। ਤੇ ਇਹ ਹੁਣ ਬੜਾ ਸ਼ਰਮਿੰਦਾ ਹੁੰਦਾ ਸਾਰੀ ਸਭਾ ਦੇ ਵਿੱਚ। ਜੇਬ ਵਿਖਾਏ ਆਪਣੋ ਕਰ ਡਾਰਾ। ਨਾ ਹੁਣ ਮਹਾਰਾਜ ਦਾ ਆਖਾ ਮੋੜਦਾ ਤੇ ਸੰਗਤ ਆਖੇਗੀ ਵੀ ਇਹ ਐਡਾ ਖੋਟਾ ਵੀ ਗੁਰੂ ਪਿਤਾ ਜੀ ਦਾ ਹੁਕਮ ਨਹੀਂ ਮੰਨਦਾ। ਸ਼ਰਮ ਦੇ ਸਹਿਤ ਨਾ ਸ਼ਰਮਿੰਦੇ ਹੁੰਦੇ ਹੋਏ ਨੇ ਉਹ ਜੇਬ ਦੇ ਵਿੱਚ ਹੱਥ ਪਾ ਲੈਣਾ ਕੀਤਾ ਹੈ। ਗਨ ਕਾਗਦ ਸੇ ਸਕਲ ਨਿਕਾਸੇ। ਤੇ ਗੁਰੂ ਘਰ ਦੇ ਕੰਮਕਾਰ ਇਹ ਸਾਰੇ ਹੀ ਸਾਂਭਦਾ ਸੀਗਾ, ਜਿਸ ਕਰਕੇ ਉਹ ਹੱਥ ਪਾਇਆ ਤੇ ਕਾਫੀ ਕਾਗਜ਼ ਜਿਹੜੇ ਆ ਉਹ ਜੇਬੇ ਵਿੱਚੋਂ ਨਿਕਲੇ ਆ। ਸਬਲੇ ਕਰ ਸਤਿਗੁਰ ਨਿਜ ਪਾਸੇ। ਤੇ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਉਹ ਸਾਰੇ ਕਾਗਜ਼ ਖੋ ਕੇ ਆਪਣੇ ਹੱਥ ਵਿੱਚ ਪਕੜ ਲਏ ਆ। ਪਤਰੀ ਦੋਨੋਂ ਤੁਰਤ ਨਿਕਾਰੀ। ਤੇ ਉਹਦੇ ਚੋਂ ਫੋੜ ਕੇ ਮਹਾਰਾਜ ਨੇ 2 ਚਿੱਠੀਆਂ ਜਿਹੜੀਆਂ ਸ਼੍ਰੀ ਅਰਜਨ ਦੇਵ ਜੀ ਦੀਆਂ ਭੇਜੀਆਂ ਉਹ ਲਹਿਦਾ ਕਰ ਲਈਆਂ ਹਨ। ਬਿਸਮਤ ਭੇ ਸਭ ਸਭਾ ਨਿਹਾਰੀ। ਤੇ ਸਭ ਜਿਹੜੀ ਉਹ ਸਭਾ ਸੀ ਨਾ ਸਿੱਖ ਵੇਂਦੇ ਆ, ਸਾਰੇ ਦੇ ਸਾਰੇ ਹੀ ਬਹੁਤ ਹੈਰਾਨ ਹੋਏ ਵੀ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਨੇ, ਅਸੀਂ ਤਾਂ ਪਿਰਥੀ ਚੰਦ ਨੂੰ ਬੜਾ ਲਾਇਕ ਜਾਣਦੇ ਸੀ ਵੀ 5ਵੇਂ ਪਾਤਸ਼ਾਹ ਹੋਣੇ ਹੀ ਪਿਰਥੀ ਚੰਦ ਹੈ, ਤੇ ਅਸੀਂ ਬੜਾ ਲਾਇਕ ਜਾਣਦੇ ਸੀ, ਪਰ ਇਹ ਕੀ ਬਣਿਆ। ਸੰਗਤ ਬਹੁਤ ਹੈਰਾਨ ਹੋ ਰਹੀ ਹੈ। ਕਰ ਪਰ ਧਰ ਕਰ ਗੁਰੂ ਉਚਾਰੀ। ਤੇ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਦੀਆਂ ਚਿੱਠੀਆਂ ਹੱਥ ਵਿੱਚ ਪਕੜੀਆਂ, ਉਹ ਦੋਵੇਂ ਤੇ ਬੋਲੇ ਹਨ। ਕਿਆ ਗੁਰਮੁਖ ਇਹੋ ਕਰਹ ਵਿਚਾਰੀ। ਮਹਾਰਾਜ ਕਹਿੰਦੇ ਉਹ ਪਿਰਥੀ ਚੰਦ ਆ ਤੇਰੀ ਕਰਨੀ ਕੋਈ ਗੁਰਮੁਖਾਂ ਵਾਲੀ ਹੈ, ਝੂਠ ਬੋਲਦਾ, ਚਿੱਠੀਆਂ ਮੇਰੇ ਪਾਸ ਨਹੀਂ ਆ, ਵੇਖ ਦੋਵੇਂ ਚਿੱਠੀਆਂ, ਇਹ ਕੋਈ ਕਰਨੀ ਤੇਰੀ ਗੁਰਮੁਖਾਂ ਵਾਲੀ ਨਹੀਂ ਹੈ। ਸੱਚੇ ਪਾਤਸ਼ਾਹ ਜੀ ਕਹਿੰਦੇ ਆ ਵੱਡੋ ਗਰੀਬ ਕਪਟ ਤੇ ਹੀਣਾ। ਆ ਬੜਾ ਉਹਦੇ ਆਪ ਨਿਮਾਣਾ ਨਿਮਰਤਾ ਸਹਿਤ ਬਣਨਾ ਤੇ ਸਿਆਣਾ ਬਣ ਵਿਖਾਉਣਾ ਸੰਗਤ ਨੂੰ ਵੀ ਮੇਰੇ ਵਿੱਚ ਤਾਂ ਜਿਵੇਂ ਕੋਈ ਵਾਲੀ ਨਹੀਂ ਹੁੰਦਾ ਹੈ। ਨਹੀਂ ਕੁਟਲਤਾ ਦੀਰਘ ਮੀਣਾ। ਪਰ ਤੂੰ ਜਣਾਉਣਾ ਬਾਹਰ ਵੀ ਮੇਰੇ ਵਿੱਚ ਕੋਈ ਟੇਢਪਣ ਨਹੀਂ, ਪਰ ਤੂੰ ਮੀਣਾ ਹੈ ਬਹੁਤ, ਜਿਹੜਾ ਵਾ ਮਨ ਦਾ ਮੀਣਾ ਹੈ ਤੂੰ। ਔਰ ਕਲਾ ਹੱਠ ਜੋ ਨਿਰਬਹੀਆ। ਤੋ ਮੀਣਾ ਉਹ ਲੁੱਟਮਾਰ ਕਰਨ ਵਾਲਿਆਂ ਨੂੰ ਕਹਿੰਦੇ ਆ। ਤੇ ਉਤੋਂ ਤੂੰ ਮੋਮਨ ਠੱਗਣਾ, ਬਾਹਰੋਂ ਬੜਾ ਸਿਆਣਾ ਬਣਦਾ ਤੂੰ, ਪਰ ਹਿਰਦੇ ਦਾ ਬਹੁਤ ਜਿਹੜਾ ਵਾ ਤੂੰ ਕੋੜਾ ਖੋਟਾ ਹੈ। ਤੇ
ਆ ਤੇਰਾ ਪਾਜ ਉਗੜ ਗਿਆ ਹੈ, ਸਵੇਰ ਦੀ ਸਭਾ ਲੱਗੀ ਹੋਈ, ਤੂੰ ਹੱਠ ਨਹੀਂ ਛੱਡਿਆ। ਤੇ ਮਰਦੇ ਦਮ ਤੱਕ ਭਾਵ ਆ ਹੁਣ ਸੱਚ ਸੰਗਤ ਦੇ ਸਾਹਮਣੇ ਹੈ ਤੇ ਅਜੇ ਵੀ ਤੂੰ ਆਪਦੀ ਜਿੱਦ ਨਹੀਂ ਛੱਡਦਾ, ਅਜੇ ਵੀ ਝੂਠ ਬੋਲਣਾ ਨਹੀਂ ਛੱਡਦਾ ਹੈ। ਭਇਓ ਨਿਲਾਇਕ ਗੁਰ ਕੁਲ ਮਹੀਆ, ਪਤਾ ਨਹੀਂ ਇਹ ਗੁਰੂ ਨਾਨਕ ਪਾਤਸ਼ਾਹ ਦੇ ਦਰ ਘਰ ਅੰਦਰ ਸਾਡੇ ਸੋਢੀਆਂ ਵਿੱਚ ਤੂੰ ਕਿੱਥੋਂ ਨਕੰਮਾ ਜੰਮ ਪਿਆ ਹੈ। ਸੰਤਤ ਸਹਿਤ ਤੋਹੇ ਕਾ ਤਿਆਗਾ, ਮਹਾਰਾਜ ਕਹਿੰਦੇ ਲੈ ਜਾ, ਤੈਨੂੰ ਤੇਰੇ ਧੀਆਂ ਪੁੱਤਰਾਂ ਸਮੇਤ ਹੀ ਅਸੀਂ ਛੱਡਿਆ, ਤੈਨੂੰ ਜਿਹੜਾ ਵਾ ਨਾ ਅਸੀਂ ਅੱਜ ਤੋਂ ਤੇਰਾ ਤਿਆਗ ਕਰਦੇ ਹਾਂ। ਨਹੀਂ ਊਚ ਪਦ ਇਸਕੇ ਤੇ ਭਾਗਾ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸੰਗਤ ਨੂੰ, ਸੰਗਤ ਜੀ ਇਹ ਖੋਟਾ ਹੈ ਪ੍ਰਿਥੀ ਚੰਦ, ਕੋੜਾ ਹੈ ਢਿੱਡ ਦਾ, ਇਸ ਕਰਕੇ ਵਡਿਆਈ ਤੇ ਉੱਚੀ ਪਦਵੀ ਗੁਰੂ ਨਾਨਕ ਪਾਤਸ਼ਾਹ ਦੇ ਦਰ ਘਰ ਦੀ ਇਹ ਖੋਟੇ ਕੋੜੇ ਪ੍ਰਿਥੀ ਚੰਦ ਦੇ ਮਨ ਵਿੱਚ ਭਾਗਾਂ ਵਿੱਚ ਨਹੀਂ ਹੈ। ਲਹਿਓ ਅਚਲ ਅਪਜਸ ਜਗ ਮਾਹੀ, ਕਿਆ ਆਖਿਆ ਪ੍ਰਿਥੀ ਚੰਦ, ਲੈ ਪੁੱਤਰ ਸੰਗਤ ਦੇ ਸਾਹਮਣੇ ਮੁਕਰਦਾ ਹੈ, ਝੂਠ ਬੋਲਦਾ ਹੈ। ਲੈ ਅੱਜ ਇਹ ਅਸੀਂ ਬਚਨ ਕਰਦੇ ਹਾਂ ਵੀ ਸਾਰੀ ਉਮਰ ਨਿੰਦਾ ਹੀ ਹੋਊ ਤੇਰੀ, ਤੇਰੇ ਕਰਮਾਂ ਵਿੱਚ ਕਦੇ ਵਡਿਆਈ ਨਹੀਂ ਹੋਵੇਗੀ। ਕਿਆ ਇਨ ਕੀਨ ਮਿਟਿਓ ਪੁਨ ਨਾਹੀ, ਵੀ ਲੰਮੇ ਸਮੇਂ ਤੱਕ ਹੀ, ਵੀ ਜਦੋਂ ਵੀ ਤੇਰੀਆਂ ਗੱਲਾਂ ਚੱਲਣਗੀਆਂ, ਕਥਾ ਹੋਵੇਗੀ, ਹਰੇਕ ਥਾਂ ਹੀ ਤੈਨੂੰ ਫਟਕਾਰਾਂ ਪੈਣਗੀਆਂ, ਸਭ ਪਾਸੇ ਤੇਰੀ ਨਿੰਦਾ ਹੋਵੇਗੀ। ਜਦੋਂ ਹੀ ਗੁਰੂ ਅਰਜਨ ਦੇਵ ਜਾਂ ਇਹ ਚਿੱਠੀਆਂ ਦਾ ਪ੍ਰਸੰਗ ਚੱਲਿਆ ਕਰੇਗਾ, ਉੱਥੇ ਪ੍ਰਿਥੀ ਚੰਦ ਤੇਰੀ ਨਿੰਦਾ ਹੋਇਆ ਕਰੇਗੀ, ਕਦੇ ਤੇਰਾ ਸੋਭਾ ਨਹੀਂ ਹੋਏਗੀ। ਅਚਲ ਸਮੇਂ ਵਾਸਤੇ, ਅਚਲ ਸਮਾਂ ਹੁੰਦਾ ਵੀ ਸਦਾ ਹੀ। ਕਿੰਨੀ ਵਾਰੀ ਇਹਦੀ ਕਥਾ ਹੋਈ ਹੋਵੇਗੀ, ਜਦੋਂ ਹੀ ਕਥਾ ਹੁੰਦੀ ਉਦੋਂ ਹੀ ਪ੍ਰਿਥੀ ਚੰਦ ਦੇ ਜਿਹੜੀ ਹੈ ਉਹ ਨਿੰਦਾ ਹੁੰਦੀ ਹੈ। ਤਾਂ ਮਹਾਰਾਜ ਕਹਿੰਦੇ ਲਗਾਤਾਰ ਸਦਾ ਤੇਰੀ ਜਿਹੜੀ ਹੈ ਉਹ ਅਪਜਸ ਕਹੀਏ ਨਿੰਦਾ ਹੋਵੇਗੀ, ਤੇਰੇ ਕਰਮਾਂ ਵਿੱਚ ਸੋਭਾ ਨਹੀਂ ਹੈ। ਤੋ ਕਿਆ ਇਨਕੀਨ ਮਿਟਿਓ ਪੁਨ ਨਾਹੀ, ਮਹਾਰਾਜ ਕਹਿੰਦੇ ਜਿਹੜਾ ਤੂੰ ਕੀਤਾ ਹੈ ਨਾ ਇਹ ਮਿਟੇਗਾ ਨਹੀਂ ਕਦੇ ਵੀ, ਭਾਵ ਤੇਰੇ ਮੱਥੇ ਦਾ ਕਲੰਕ ਨਹੀਂ ਲੱਥੇਗਾ। ਇਸਕੀ ਸੰਤਤ ਉਪਜੈ ਜੋਏ, ਫਿਰ ਮਹਾਰਾਜ ਸੰਗਤ ਨੂੰ ਕਹਿੰਦੇ ਸੰਗਤ ਜੀ ਜਿਹੜੀ ਇਹਨਾਂ ਦੇ ਘਰੇ ਸੰਤਾਨ ਅੱਗੇ ਪੈਦਾ ਹੋਵੇਗੀ, ਗੁਰ ਸਿੱਖਣ ਕੇ ਸਿੱਖ ਸੋਏ, ਇਹ ਗੁਰੂ ਕੇ ਸਿੱਖਾਂ ਦੇ ਅੱਗੇ ਸਿੱਖ ਬਣਨਗੇ। ਭਾਵ ਗੁਰੂ ਕੇ ਸਿੱਖ ਨਹੀਂ, ਜੇ ਸਿੱਖਾਂ ਤੋਂ ਅੱਗੇ ਸਿੱਖੀ ਲੈਣਗੇ, ਸਿੱਖਾਂ ਦੀ ਸੇਵਾ ਕਰਨਗੇ ਸਾਡਿਆਂ ਦੀ, ਤਾਉ ਸੰਗਤ ਕੋ ਮੇਲ ਬਨੇ ਤੇ ਹੈ, ਤਾਂ ਕਿਤੇ ਇਹਨਾਂ ਦਾ ਸੰਗਤ ਨਾਲ ਮੇਲ ਬਣਿਆ ਕਰੇਗਾ, ਨਹੀਂ ਤਾਂ ਇਹਨਾਂ ਨੂੰ ਕੋਈ ਮੂੰਹ ਨਾ ਲਾਵੇ। ਭਾਵ ਇਹਦੇ ਗਾਂ ਅੱਗੇ ਜਿਹੜੀ ਔਲਾਦ ਅੱਗੇ ਦੀ ਸੰਤਾਨ ਵੀ ਚੱਲੇਗੀ ਨਾ ਪ੍ਰਿਥੀ ਚੰਦ ਦੀ, ਇਹ ਸਾਡੇ ਸਿੱਖਾਂ ਤੋਂ ਸਿੱਖੀ ਮੰਗਿਆ ਕਰਨਗੇ, ਸਾਡੇ ਸਿੱਖਾਂ ਤੋਂ ਸਿੱਖੀ ਪ੍ਰਾਪਤ ਕਰਨਗੇ, ਉਹਨਾਂ ਦੇ ਚਰਨ ਪਰਸਣਗੇ, ਤਾਂ ਜਾ ਕੇ ਸੰਗਤ ਇਹਨਾਂ ਨੂੰ ਪ੍ਰੇਮ ਕਰੇਗੀ, ਇਹਨਾਂ ਦੀ ਲਾਜ ਇੱਜ਼ਤ ਰੱਖਿਆ ਕਰੇਗੀ, ਮੇਲ ਬਣਾਵੇਗੀ। ਨਾਤਰ ਵਹਿਰ ਮੁਖੀ ਇਹੋ ਰਹਿ ਹੈ, ਜੇ ਨਾ ਸੰਗਤ ਦੇ ਅੱਗੇ ਚਰਨੀ ਪਿਆ ਕਰਨਗੇ ਤੇ ਬਾਹਰ ਮੁਖੀ ਰਹਿਣਗੇ, ਮਨਮੁਖੀ ਗੁਰੂ ਤੋਂ ਬਾਹਰੇ ਰਿਹਾ ਕਰਨਗੇ। ਜਥਾ ਪੁੱਤਰ ਸੋ ਕਹਿਓ ਜੋ ਜਾਤੀ, ਜੈਸੇ ਬਚਨ ਗੁਰੂ ਰਾਮਦਾਸ ਮਹਾਰਾਜ ਜੀਆਂ ਪੁੱਤਰ ਨੂੰ ਆਖੇ ਹਨ, ਜਦ ਨੇ ਨਹਿ ਮਾਨੀ ਮਨ ਬਾਤੀ, ਇਹ ਇਹੋ ਜਿਹੇ ਉਹ ਹੈ ਜਿਹੜੇ ਆਖੇ ਆ ਬਚਨ ਮਹਾਰਾਜ ਨੇ, ਕਹਿੰਦੇ ਜਿਵੇਂ ਕੋਈ ਜਜਾਤੀ ਰਾਜਾ ਹੋਇਆ, ਉਹ ਜਜਾਤੀ ਰਾਜੇ ਨੇ ਆਪਣੇ ਜਦ ਪੁੱਤਰ ਨੂੰ ਜਿਵੇਂ ਬਚਨ ਆਖੇ ਸੀ ਵੀ ਪੁੱਤਰ ਮੇਰਾ ਬੁਢਾਪਾ ਲੈ ਲੈ, ਭਾਵ ਰਾਜ ਦੇਣ ਬਦਲੇ ਤੂੰ ਐਸੀ ਪਹੇਲੀ ਪਾਈ ਸੀ, ਪਰਖ ਕੀਤੀ ਸੀ, ਪਰ ਜਦ ਪੁੱਤਰ ਜਾਂ ਜਦੂ ਪੁੱਤਰ ਸੀ ਜਿਹੜਾ ਉਹ ਰਾਜੇ ਜਜਾਤੀ ਦਾ, ਉਹਨੇ ਬਚਨ ਨਹੀਂ ਸੀ ਮੰਨੇ ਪਿਤਾ ਦੇ। ਉਸ ਤਰ੍ਹਾਂ ਜਿਵੇਂ ਪ੍ਰਿਥੀ ਚੰਦ ਹੈ, ਰਾਜ ਭਾਗ ਤੇ ਕਰਿਓ ਸੁਬਾਹਰ, ਤੇ ਉਹ ਜਿਹੜਾ ਸੀ ਜਜਾਤੀ ਰਾਜਾ, ਉਹਨੇ ਰਾਜ ਭਾਗ ਤੋਂ ਬਾਹਰਾ ਕਰ ਦਿੱਤਾ ਸੀ, ਵਾਂਝਾ ਰੱਖਿਆ ਸੀ ਵੱਡੇ ਪੁੱਤਰ ਨੂੰ। ਤਥਾ ਕਰੀ ਗੁਰ ਸੁਤ ਸੋ ਜਾਹਰ, ਇਸ ਤਰ੍ਹਾਂ ਗੁਰੂ ਰਾਮਦਾਸ ਮਹਾਰਾਜ ਜੀਆਂ ਆਪਣੇ ਪੁੱਤਰ ਦੇ ਨਾਲ ਭਾਵ ਪ੍ਰਿਥੀ ਚੰਦ ਨਾਲ ਕੀਤੀ, ਤੇ ਪਰੂ ਨਾਮ ਦੇ ਜਿਹੜਾ ਵਾ ਉਹਨੇ ਮੰਨ ਲਿਆ ਸੀਗਾ ਆਪਣੇ ਪਿਤਾ ਦਾ ਬਚਨ, ਤੋਂ ਜਿਸ ਕਰਕੇ ਉਸ ਨੂੰ ਉਸਦੇ ਪਿਤਾ ਜਿਹੜਾ ਹੈ ਜਜਾਤੀ ਰਾਜਾ ਜਾਂ ਯਯਾਤੀ, ਉਹਨੇ ਫਿਰ ਸਾਰਾ ਰਾਜ ਭਾਗ ਦਿੱਤਾ। ਉਹ ਪ੍ਰਮਾਣ ਵਜੋਂ ਕਵੀ ਜੀ ਵਰਤ ਰਹੇ ਇੱਥੇ, ਕਹਿੰਦੇ ਗੁਰੂ ਰਾਮਦਾਸ ਮਹਾਰਾਜ ਜੀ ਐਸੀ ਕਲਾ ਖੇਡੀ ਹੈ ਜਿਵੇਂ ਜਜਾਤੀ ਰਾਜੇ ਨੇ ਆਪਣੇ ਪੁੱਤਰ ਨੂੰ ਜਦੂ ਨੂੰ ਰਾਜ ਤੋਂ ਵਾਂਝੇ ਰੱਖ ਕੇ ਤੇ ਛੋਟੇ ਪਰੂ ਪੁੱਤਰ ਨੂੰ ਬਚਨ ਮੰਨਣ ਤੇ ਰਾਜ ਭਾਗ ਦਿੱਤਾ ਸੀ। ਸੁਣ ਬੁੱਢਾ ਬੋਲਿਓ ਸਭ ਮਤ ਕੀ, ਇਸ ਤਰ੍ਹਾਂ ਸੁਣ ਕੇ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਜਿਨ੍ਹਾਂ ਦੀ ਸ਼੍ਰੇਸ਼ਟ ਮਤ ਹੈ, ਉਹ ਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਮਹਾਰਾਜ ਨੂੰ ਜਿਵੇਂ ਬੋਲੇ ਹੈ, ਤੋ ਉਹ ਅੱਗੇ ਪ੍ਰਸੰਗ ਹੁਣ ਸਮਾਂ ਹੋਇਆ, ਉਹ ਕੱਲ੍ਹ ਦੇ ਦੀਵਾਨ ਵਿੱਚ ਵਿਚਾਰਾਂਗੇ। ਬਾਬਾ ਜੀਆਂ ਫਿਰ ਆਖਿਆ ਸੀ, ਮਹਾਰਾਜ ਧੰਨ ਗੁਰੂ ਰਾਮਦਾਸ ਜੀ ਤੁਹਾਡੇ ਪੁੱਤਰ ਚਲੋ ਅਸੀਂ ਸਤਿਕਾਰ ਕਰਦੇ ਰਹੇ ਹਾਂ, ਪਰ ਇਹ ਹੈ ਖੋਟਾ ਹੀ ਪ੍ਰਿਥੀ ਚੰਦ,
ਕਿਉਂਕਿ ਇਹਨਾਂ ਨੇ ਤੁਹਾਨੂੰ ਆਮ ਇਨਸਾਨ ਵਾਂਗੂ ਵੇਖਿਆ। ਗੁਰੂ ਰੂਪ ਵੇਖਿਆ ਹੁੰਦਾ ਤੇ ਜਾਣਦਾ ਵੀ ਅੰਤਰਜਾਮੀ ਸਤਿਗੁਰੂ ਜੀ, ਉਹਨਾਂ ਤੋਂ ਕਿਵੇਂ ਲੁਕੋਵਾਂਗਾ ਮੈਂ। ਜੇ ਮੈਂ ਚਿੱਠੀਆਂ ਜਿੱਥੇ ਵੀ ਰੱਖੀਆਂ ਹੋਣ, ਗੁਰੂ ਰਾਮਦਾਸ ਮਹਾਰਾਜ ਸਭ ਜਾਣਦੇ ਮੇਰੇ ਮਨ ਦੀ ਖਟਿਆਈ। ਪਰ ਇਹਨਾਂ ਮਹਾਰਾਜ ਤੁਹਾਨੂੰ ਗੁਰੂ ਨੇ ਕੇਵਲ ਆਮ ਸਧਾਰਨ ਆਪਦੇ ਵਰਗਾ ਹੀ ਜਾਣਿਆ ਹੈ। ਤੋ ਇਸ ਤਰ੍ਹਾਂ ਫਿਰ ਬਾਬਾ ਬੁੱਢਾ ਸਾਹਿਬ ਜੀਆਂ ਤੋਂ, ਬ੍ਰਹਮ ਗਿਆਨੀਆਂ ਤੋਂ ਗੁਰੂ ਰਾਮਦਾਸ ਮਹਾਰਾਜ ਜੀਆਂ ਪੁੱਛਿਆ ਸੀ ਵੀ ਬਾਬਾ ਜੀ ਤੁਸੀਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਤੋਂ ਲੈ ਕੇ ਹੁਣ ਤੀਕਰ ਸਭ ਸਤਿਗੁਰਾਂ ਦੇ ਦਰਸ਼ਨ ਕੀਤੇ ਹੈ, ਅਤੇ ਜਦੋਂ ਗੁਰਿਆਈ ਮਿਲਦੀ ਰਹੀ ਹੈ ਤੁਸੀਂ ਸਾਰੀਆਂ ਪਰਖਾਂ ਵੇਖੀਆਂ ਵੀ ਜਿਵੇਂ ਗੁਰੂ ਨਾਨਕ ਪਾਤਸ਼ਾਹ ਜੀਆਂ ਵੀ ਕੀਤੀ, ਧੰਨ ਗੁਰੂ ਅੰਗਦ ਪਾਤਸ਼ਾਹ ਜੀਆਂ, ਗੁਰੂ ਅਮਰਦਾਸ ਮਹਾਰਾਜ ਜੀਆਂ ਸਾਡੀ ਪਰਖ ਕੀਤੀ, ਤੁਸੀਂ ਵੇਖਦੇ ਰਹੇ ਹੋ ਸਾਰੀਆਂ ਪਰਖਾਂ। ਅਤੇ ਹੁਣ ਦੱਸੋ ਵੀ ਇਹ ਅਰਜੁਨ ਦੇਵ ਨੂੰ ਸਾਨੂੰ ਤਾਂ ਇਹਨਾਂ ਦੀ ਪਰਖ ਠੀਕ ਲੱਗੀ ਹੈ, ਤੁਸੀਂ ਦੱਸੋ ਵੀ ਤੁਸੀਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇ ਸਮੇਂ ਦੇ ਸਿੱਖ ਹੋ, ਪੁਰਾਣੇ ਹੋ, ਸਿਆਣੇ ਹੋ, ਤੁਹਾਡੇ ਹਿਸਾਬ ਨਾਲ ਵੇਖੋ ਕੀ ਇਹ ਅਰਜੁਨ ਦੇਵ ਠੀਕ ਨੇ, ਇਹਨਾਂ ਨੂੰ ਗੁਰਿਆਈ ਤਿਲਕ ਦਈਏ। ਤਾਂ ਬਾਬਾ ਬੁੱਢਾ ਸਾਹਿਬ ਜੀ ਆਖਿਆ ਮਹਾਰਾਜ ਤੁਹਾਡੇ ਵਿੱਚ ਤੇ ਸ਼੍ਰੀ ਅਰਜਨ ਦੇਵ ਤੁਹਾਡੇ ਸਾਹਿਬਜ਼ਾਦਿਆਂ ਵਿੱਚ ਰਾਈ ਮਾਤਰ ਵੀ ਭੇਦ ਨਹੀਂ ਹੈ, ਇਹ ਲਾਇਕ ਹੈ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇ ਸਿੰਘਾਸਣ ਪ੍ਰਾਪਤ ਕਰਨ ਦੇ। ਤਾਂ ਬਾਬਾ ਬੁੱਢਾ ਸਾਹਿਬ ਜੀ ਦੀ ਸਲਾਹ ਦੇ ਨਾਲ ਫਿਰ, ਕਿਉਂਕਿ ਕੋਈ ਕਹਿ ਦਿੰਦਾ ਵੀ ਸ਼ਾਇਦ ਪੁੱਤਰਾਂ ਨੂੰ ਮੋਹ ਦੇ ਵਸ ਹੋ ਕਰਕੇ ਸਤਿਗੁਰਾਂ ਗੁਰਿਆਈ ਨਹੀਂ ਦਿੱਤੀ, ਪਹਿਲਾਂ ਪਰਖਿਆ ਹੈ। ਫਿਰ ਬਾਬਾ ਬੁੱਢਾ ਸਾਹਿਬ ਜੀ ਨੇ ਤਸਦੀਕ ਕੀਤਾ ਵੀ ਹਾਂ ਮਹਾਰਾਜ ਬਿਲਕੁਲ ਠੀਕ ਹੈ, ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਯੋਗ ਹਨ, ਇਹੀ ਗੁਣ ਹੁੰਦੇ ਆ ਗੁਰਿਆਈ ਸਿੰਘਾਸਣ ਪ੍ਰਾਪਤ ਕਰਨ ਦੇ, ਇਹਨਾਂ ਵਿੱਚ ਮਹਾਰਾਜ ਗੁਣ ਹਨ। ਇਸ ਲਈ ਮਹਾਰਾਜ ਆਪ ਕਿਰਪਾ ਕਰੋ, ਇਹ ਗੁਰਿਆਈ ਸਿੰਘਾਸਣ ਤਖਤ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਆਪ ਜੀ ਬਖਸ਼ੋ। ਤੋ ਇਸ ਤਰ੍ਹਾਂ ਉਹ ਸਾਰਾ ਬਾਬਾ ਬੁੱਢਾ ਸਾਹਿਬ ਜੀਆਂ ਦੇ ਸਾਰੇ ਬਚਨਾਂ ਸਲਾਹ ਮਸ਼ਵਰੇ ਨਾਲ ਅੱਗੇ ਫਿਰ ਗੁਰੂ ਰਾਮਦਾਸ ਮਹਾਰਾਜ ਜੀਆਂ ਜਿਵੇਂ ਗੁਰਿਆਈ ਦਾ ਤਿਲਕ ਜਿਹੜਾ ਹੈ ਧੰਨ 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 ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਨੂੰ ਦੇਣਾ। ਇੱਕ ਪਦ ਜਦੋਂ ਫਿਰ ਮਿਲਾਪ ਹੋਇਆ ਤਾਂ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਫਿਰ ਬਚਨ ਉਚਾਰਿਆ ਸੀ ਚੌਥਾ ਪਦ। ਉਹ ਚੌਥੇ ਪਦ ਜਿਵੇਂ ਉਚਾਰਦੇ ਸੱਚੇ ਪਾਤਸ਼ਾਹ ਮਹਾਰਾਜ ਜੀ, ਉਹ ਆਪਾਂ ਅਗਲੇ ਦੀਵਾਨ ਵਿੱਚ ਵੀ ਚਾਰ ਸੁਣ ਪੜ੍ਹ ਲਵਾਂਗੇ। ਹੋਈਆਂ ਭੁੱਲਾਂ ਦੀ ਖਿਮਾ, ਗੁਰੂ ਗਰੀਬ ਨਵਾਜ ਆਪ ਸੰਗਤ ਦੇ ਦਰ ਹਾਜ਼ਰੇ ਪ੍ਰਵਾਨ ਕਰਨ, ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਜਥਾ ਪੁੱਤਰ ਸੋ ਕਹਿਓ ਜੋ ਜਾਤੀ, ਜਦ ਨੇ ਨਹਿ ਮਾਨੀ ਮਨ ਬਾਤੀ, ਰਾਜ ਭਾਗ ਤੇ ਕਰਿਓ ਸੁਬਾਹਰ, ਤਥਾ ਕਰੀ ਗੁਰ ਸਤ ਸੋ ਜਾਹਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੇ ਅਚੁੱਤ ਹੇ ਪਾਰ ਬ੍ਰਹਮ, ਅਬਿਨਾਸੀ ਅਗਨਾਸ਼, ਹੇ ਪੂਰਨ ਹੇ ਸਰਬ ਮੈਂ ਦੁਖ ਭੰਜਨ ਗੁਣਤਾਸ, ਹੇ ਸੰਗੀ ਹੇ ਨਿਰੰਕਾਰ, ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ, ਜਾ ਕੈ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ, ਹੈ ਪੀ ਹੋਵਨਹਾਰ, ਹੇ ਸੰਤਹਿ ਕੈ ਸਦਾ ਸੰਗ ਨਿਧਾਰਾ ਆਧਾਰ, ਹੇ ਠਾਕੁਰ ਹਉ ਦਾਸ रो, ਮੈਂ ਨਿਰਗੁਣ ਗੁਣ ਨਹੀਂ ਕੋਏ, ਨਾਨਕ ਦੀਜੈ ਨਾਮ ਦਾਨ, ਰਾਖਾ ਹੀਐ ਪਰੋਏ। ਆਏ ਪ੍ਰਭ ਸਰਨਾਗਤੀ, ਕਿਰਪਾ ਨਿਧ ਦਇਆਲ, ਏਕ ਅੱਖਰ ਹਰ ਮਨ ਬਸਤ, ਨਾਨਕ ਹੋਤ ਨਿਹਾਲ, ਕਥਾ ਨਿਤਾ ਪ੍ਰਤ ਹੋਤ ਹੈ, ਸੁਣਹੁ ਸੋ ਸਿੰਘ ਸੁਜਾਨ, ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰਹਿ ਕਲਿਆਣ। ਵਾਹਿਗੁਰੂ ਨਾਮ ਜਹਾਜ ਹੈ, ਚੜ੍ਹੇ ਸੋ ਉਤਰੇ ਪਾਰ, ਜੋ ਸ਼ਰਧਾ ਕਰ ਸੇਵੰਦੇ, ਵਾਹਿਗੁਰੂ ਪਾਰ ਉਤਾਰਨ ਹਾਰ, ਜੋ ਸ਼ਰਧਾ ਕਰ ਸੇਵੰਦੇ, ਵਾਹਿਗੁਰੂ ਪਾਰ ਉਤਾਰਨ ਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।